यानी कि पॉलीसिस्टिक ओवरीज एक ऐसा डिजीज है या सिंड्रोम है ਜਿਹਦੇ ਵਿੱਚ ਜਿਹੜੀ ਸਾਡੀ ਅੰਡੇ ਸ਼ਾਹੀ ਹੁੰਦੀ ਹੈ ਜਾਂ ਅੰਡੇਦਾਨੀ ਹੁੰਦੀ ਹੈ ਇਹ ਓਵਰ ਐਕਟਿਵ ਹੋ ਜਾਂਦੀ ਹੈ ਜਾਂ ਠੀਕ ਤਰ੍ਹਾਂ ਹਾਰਮੋਨਲ ਇੰਬੈਲੈਂਸ ਦੀ ਵਜ੍ਹਾ ਨਾਲ ਜਿਹੜੀ ਓਵਰੀਜ਼ ਹੈ ਉਹ ਬਹੁਤ ਸਾਰੇ ਛੋਟੇ ਛੋਟੇ ਸਿਸਟ ਬਣਾ ਲੈਂਦੀ ਹੈ ਤੇ ਇਹਨੂੰ ਅਸੀਂ ਡਾਇਗਨੋਸ ਕਰਦੇ ਹੈਗੇ ਆ ਅਲਟਰਾਸਾਊਂਡ ਰਾਹੀਂ ਤੇ ਬਲੱਡ ਟੈਸਟ ਰਾਹੀਂ ਤੇ ਕੁਝ ਸਿੰਪਟਮਸ ਕਲੀਨਿਕਲ ਸਿੰਪਟਮਸ ਵੀ ਹੋ ਸਕਦੇ ਨੇ ਪੇਸ਼ੈਂਟ ਨੂੰ ਜਿਹਦੇ ਨਾਲ ਸਾਨੂੰ ਪਤਾ ਚੱਲਦਾ ਹੈ ਕਿ ਪੇਸ਼ੈਂਟ ਨੂੰ ਪੀਸੀਓ ਹੈ। ਪੀਸੀਓਡੀ ਹੁੰਦਾ ਹੈ ਜਿਹਨੂੰ ਅਸੀਂ ਇਹਨੂੰ ਪੂਰਾ ਡਾਇਗਨੋਸ ਕਰ ਲੈਂਦੇ ਆ ਪੋਲੀਸਿਸਟਿਕ ਓਵਰੀਜ਼ ਨੂੰ ਡਾਇਗਨੋਸ ਕਰ ਲੈਂਦੇ ਆ ਤੇ ਇਹਨੂੰ ਅਸੀਂ ਡਿਜ਼ੀਜ਼ ਕਹਿ ਦਿੰਦੇ ਹੈਗੇ ਆ। ਮੋਰ ਔਰ ਲੈਸ ਇਹ ਸੇਮ ਚੀਜ਼ਾਂ ਹੈਗੀਆਂ ਨੇ ਜਿਹਨੂੰ ਥੋੜੇ ਜਿਹੇ ਸਿੰਪਟਮਸ ਹੁੰਦੇ ਉਹਨੂੰ ਅਸੀਂ ਸਿੰਡਰੋਮ ਕਹਿ ਦਿੰਦੇ ਹੈਗੇ ਆ ਕਿ ਇਹਨਾਂ ਨੂੰ ਸਿੰਡਰੋਮਸ ਹੈਗੇ ਨੇ ਲੇਕਿਨ ਇਹਨਾਂ ਨੂੰ ਪੂਰਾ ਡਿਜ਼ੀਜ਼ ਨਹੀਂ ਹੈਗਾ। ਲੇਕਿਨ ਕਈਆਂ ਨੂੰ ਫੁੱਲ ਫਲੈਜ ਪੂਰੇ ਸਿੰਪਟਮਸ ਹੁੰਦੇ ਨੇ ਨਾਲ ਦਿੱਕਤ ਵੀ ਹੁੰਦੀ ਆ ਉਹਨਾਂ ਨੂੰ ਕਈ ਤੇ ਉਸ ਟਾਈਮ ਤੇ ਅਸੀਂ ਇਹਨੂੰ ਇੱਕ ਡਿਜ਼ੀਜ਼ ਕਹਿ ਦਿੰਦੇ। ਸਾਡੇ ਸਾਰਿਆਂ ਵਿੱਚ ਸਾਰੀ ਫੀਮੇਲਸ ਦੇ ਵਿੱਚ ਸਾਰੀ ਔਰਤਾਂ ਦੇ ਵਿੱਚ ਮੇਲ ਹਾਰਮੋਨ ਥੋੜਾ ਥੋੜਾ ਕਰਕੇ ਰਿਲੀਜ਼ ਹੁੰਦਾ ਹੈ। ਸਿਮਿਲਰਲੀ ਮੇਲਸ ਵਿੱਚ ਵੀ ਥੋੜਾ ਥੋੜਾ ਕਰਕੇ ਫੀਮੇਲ ਹਾਰਮੋਨ ਰਿਲੀਜ਼ ਹੁੰਦਾ ਹੈ ਇੱਕ ਲਿਮਿਟ ਵਿੱਚ ਰਿਲੀਜ਼ ਹੁੰਦਾ ਹੈ। ਜਦੋਂ ਕਿ ਕਿਸੇ ਫੀਮੇਲ ਵਿੱਚ ਜਾਂ ਕਿਸੇ ਔਰਤ ਵਿੱਚ ਕਿਸੇ ਕੁੜੀ ਵਿੱਚ ਮੇਲ ਹਾਰਮੋਨ ਥੋੜਾ ਜਿਹਾ ਜ਼ਿਆਦਾ ਕੁਆਂਟੀਟੀ ਚ ਰਿਲੀਜ਼ ਹੋਣ ਲੱਗ ਜਾਂਦਾ ਹੈ ਨਾਰਮਲ ਤੋਂ ਥੋੜਾ ਜ਼ਿਆਦਾ ਹਾਰਮੋਨਲ ਇੰਬੈਲੈਂਸ ਹੋ ਜਾਂਦਾ ਹੈ ਤੇ ਇਹ ਇੱਕ ਕਾਰਨ ਹੁੰਦਾ ਹੈ ਕਿ ਸਾਨੂੰ ਪੀਸੀਓ ਹੋ ਜਾਂਦਾ ਹੈ। ਪੀਸੀਓ ਨਾਲ ਤੁਸੀਂ ਕੋਈ ਐਸੀ ਕੋਈ ਮੈਡੀਸਿਨ ਨਹੀਂ ਹੈ ਜਿਹਦੇ ਨਾਲ ਤੁਸੀਂ ਪੀਸੀਓ ਟ੍ਰੀਟ ਕਰ ਸਕੋ ਕਿਉਂਕਿ ਇਹ ਹਾਰਮੋਨਲ ਇੰਬੈਲੈਂਸ ਕਾਰਨ ਹੈਗਾ ਤਾਂ ਤੁਹਾਨੂੰ ਕਦੀ ਹਾਰਮੋਨਲ ਮੈਡੀਸਿਨਸ ਲੈਣੀਆਂ ਪੈ ਸਕਦੀਆਂ ਇਹਨੂੰ ਠੀਕ ਕਰਨ ਵਾਸਤੇ। ਪੀਸੀਓ ਵਿੱਚ ਲੇਡੀਜ਼ ਨੂੰ ਮੋਟਾਪਾ ਹੋ ਸਕਦਾ ਹੈ ਵਾਲ ਆ ਸਕਦੇ ਨੇ ਨਾਰਮਲ ਨਾਲੋਂ ਜ਼ਿਆਦਾ ਬੋਡੀ ਹੇਅਰਸ ਚੈਸਟ ਦੇ ਉੱਪਰ ਵਾਲ ਆ ਸਕਦੇ ਨੇ ਛਾਤੀ ਉੱਪਰ ਬ੍ਰੈਸਟ ਦੇ ਉੱਪਰ ਵੀ ਵਾਲ ਆ ਸਕਦੇ ਨੇ ਨਾਲੇ ਦਾੜੀ ਜਾਂ ਮੁੱਛ ਵਾਲੀ ਜਗ੍ਹਾ ਤੇ ਵੀ ਜ਼ਿਆਦਾ ਵਾਲ ਆ ਸਕਦੇ ਨੇ। ਇਸ ਤੋਂ ਇਲਾਵਾ ਜਿਹੜੇ ਕਈ ਲੇਡੀਜ਼ ਦਾ ਫੇਸ ਵੀ ਰਾਉਂਡ ਸ਼ੇਪ ਵਿੱਚ ਜ਼ਿਆਦਾ ਹੋ ਜਾਂਦਾ ਹੈ ਨੈਕ ਦੇ ਪਿੱਛੇ ਇੱਕ ਕਾਲੀ ਜੀ ਲਾਈਨ ਤੁਹਾਨੂੰ ਨਜ਼ਰ ਆਏਗੀ ਇਹ ਵੀ ਹੋ ਜਾਂਦਾ ਹੈ। ਸੋ ਇਹ ਕੁਝ ਕਾਰਨ ਇਹ ਕੁਝ ਲੱਛਣ ਹੁੰਦੇ ਨੇ ਜਿਹੜੇ ਸਾਨੂੰ ਪੀਸੀਓ ਚ ਨਜ਼ਰ ਆਉਂਦੇ ਨੇ। ਇਸ ਤੋਂ ਇਲਾਵਾ ਜਦੋਂ ਅਸੀਂ ਅਲਟਰਾਸਾਊਂਡ ਕਰਦੇ ਹਾਂ ਸਾਨੂੰ ਅੰਡੇ ਸ਼ਾਹੀ ਵਿੱਚ ਪੋਲੀਸਿਸਟਿਕ ਓਵਰੀਜ਼ ਨਜ਼ਰ ਆਉਂਦੇ ਇਹਨੂੰ ਅਸੀਂ ਕਹਿੰਦੇ ਆ ਕਿ ਇੱਕ ਚੇਨ ਦੀ ਤਰ੍ਹਾਂ ਓਵਰੀਜ਼ ਦੇ ਉੱਪਰ ਸਿਸਟ ਪਏ ਹੁੰਦੇ ਨੇ ਇਹ ਸਾਨੂੰ ਅਲਟਰਾਸਾਊਂਡ ਵਿੱਚ ਨਜ਼ਰ ਆਉਂਦਾ। ਤੇ ਤੀਸਰਾ ਜਦੋਂ ਅਸੀਂ ਬਲੱਡ ਟੈਸਟ ਕਰਦੇ ਹਾਂ ਸਾਨੂੰ ਹਾਰਮੋਨਲ ਇੰਬੈਲੈਂਸ ਉਹਦੇ ਵਿੱਚ ਦਿਖਾਈ ਦਿੰਦਾ ਕਿਉਂਕਿ ਅੱਜਕੱਲ ਪੀਸੀਓ ਦੇ ਪੇਸ਼ੈਂਟਸ ਵੱਧ ਰਹੇ ਨੇ ਉਹਦਾ ਪ੍ਰਭਾਵ ਵੀ ਸਾਡੇ ਸਾਰਿਆਂ ਉੱਪਰ ਵੱਧ ਰਿਹਾ ਹੈਗਾ। ਪੀਸੀਓ ਵਿੱਚ ਜ਼ਰੂਰੀ ਨਹੀਂ ਹੈ ਕਿ ਇਨਫਰਟਿਲਿਟੀ ਹੋਏ ਇਨਫਰਟਿਲਿਟੀ ਦੇ ਕਾਰਨ ਵੀ ਬਹੁਤ ਅਲੱਗ ਹੋ ਸਕਦੇ ਨੇ ਬਟ ਪੀਸੀਓ ਹੀ ਇੱਕ ਅਕੇਲਾ ਰੀਜ਼ਨ ਨਹੀਂ ਹੁੰਦਾ ਇਨਫਰਟਿਲਿਟੀ ਦਾ। ਕਈ ਲੋਕ ਕਈ ਲੋਕਾਂ ਨੂੰ ਪੀਸੀਓ ਹੁੰਦਾ ਹੈ ਮਾਈਲਡ ਫਾਰਮ ਵਿੱਚ ਹੁੰਦਾ ਹੈਗਾ ਤੇ ਉਹ ਈਜ਼ੀਲੀ ਕਨਸੀਵ ਕਰ ਸਕਦੇ ਨੇ ਉਹਨਾਂ ਨੂੰ ਕਦੀ ਜ਼ਰੂਰਤ ਨਹੀਂ ਪੈਂਦੀ ਕਿ ਉਹ ਕਿਸੇ ਡਾਕਟਰ ਕੋਲ ਜਾ ਕੇ ਟ੍ਰੀਟਮੈਂਟ ਲੈਣ। ਪਰ ਕਈ ਲੋਕੀ ਹੁੰਦੇ ਨੇ ਜਿਨ੍ਹਾਂ ਨੂੰ ਡਾਕਟਰ ਕੋਲੋਂ ਟ੍ਰੀਟਮੈਂਟ ਲੈਣ ਦੀ ਲੋੜ ਪੈਂਦੀ ਹੈ। ਇਹ ਜ਼ਰੂਰੀ ਨਹੀਂ ਹੈ ਕਿ ਸਾਰੇ ਜਿਨ੍ਹਾਂ ਨੂੰ ਪੀਸੀਓ ਹੈ ਉਹਨਾਂ ਨੂੰ ਜ਼ਰੂਰਤ ਹੋਏ ਟ੍ਰੀਟਮੈਂਟ ਲੈਣ ਦੀ ਬਟ 50% ਕਹਿ ਸਕਦੇ ਆ ਲੋਕਾਂ ਨੂੰ ਕਿ ਉਹਨਾਂ ਨੂੰ ਇਨਫਰਟਿਲਿਟੀ ਦੇ ਟ੍ਰੀਟਮੈਂਟ ਦੀ ਜ਼ਰੂਰਤ ਹੋ ਸਕਦੀ ਹੈ। ਸਭ ਤੋਂ ਪਹਿਲੇ ਤਾਂ ਪੀਸੀਓ ਨੂੰ ਠੀਕ ਕਰਨ ਦੀ ਹੁਣ ਤੱਕ ਕੋਈ ਦਵਾਈ ਨਹੀਂ ਹੈ। ਦੇਸੀ ਦਵਾਈ ਜਾਂ ਐਲੋਪੈਥਿਕ ਵਿੱਚ ਜਾਂ ਹੋਮਿਓਪੈਥਿਕ ਵਿੱਚ ਜਾਂ ਆਯੁਰਵੈਦਿਕ ਵਿੱਚ ਕੋਈ ਦਵਾਈ ਨਹੀਂ ਹੈ ਹੁਣ ਤੱਕ। ਜਿਹੜੀ ਵੀ ਦਵਾਈ ਦਿੱਤੀ ਜਾਂਦੀ ਹੈ ਉਹ ਦਿੱਤੀ ਜਾਂਦੀ ਹੈ ਜਾਂ ਦੋ ਤਰ੍ਹਾਂ ਦੀ ਦਵਾਈਆਂ ਦਿੱਤੀ ਜਾਂਦੀਆਂ ਜਾਂ ਪੀਰੀਅਡਸ ਰੈਗੂਲਰ ਕਰਨ ਵਾਸਤੇ ਜਾਂ weight loss ਕਰਨ ਵਾਸਤੇ। ਪੀਰੀਅਡਸ ਰੈਗੂਲਰ ਕਰਨ ਦੀ ਜਦੋਂ ਅਸੀਂ ਦਵਾਈ ਲੈਂਦੇ ਹੈਗੇ ਆ ਉਹਨੂੰ ਅਸੀਂ ਓਰਲ ਕੰਟਰਾਸੈਪਟਿਵ ਪਿਲਸ ਕਹਿੰਦੇ ਹੈਗੇ ਆ ਐਲੋਪੈਥਿਕ ਵਿੱਚ। ਉਹਦੇ ਨਾਲ ਉਹ 28 ਦਿਨਾਂ ਦੀ ਜਾਂ 21 ਦਿਨਾਂ ਦੀ ਟੈਬਲੇਟਸ ਹੁੰਦੀਆਂ ਕਿ ਉਹ ਤੁਸੀਂ ਲੈਂਦੇ ਜਾਓ ਹਰ ਰੋਜ਼ ਤੇ ਤੁਹਾਡੇ ਪੀਰੀਅਡਸ ਨਾਰਮਲ ਆਉਂਦੇ ਰਹਿਣਗੇ ਕਿਉਂਕਿ ਸਭ ਤੋਂ ਪਹਿਲੀ ਚੀਜ਼ ਜਿਹੜੀ ਪੀਸੀਓ ਪੇਸ਼ੈਂਟ ਨੂੰ ਹੁੰਦੀ ਹੈ ਉਹ ਹੈ ਕਿ ਪੀਰੀਅਡਸ ਇਰਰੈਗੂਲਰ ਹੋ ਜਾਂਦੇ ਨੇ ਨਾ। ਹੁਣ ਇਰਰੈਗੂਲਰ ਪੀਰੀਅਡਸ ਹੋ ਗਏ ਨੇ ਤਾਂ ਉਹਨਾਂ ਵਾਸਤੇ ਓਰਲ ਕੰਟਰਾਸੈਪਟਿਵ ਪਿਲਸ ਲੈ ਕੇ ਤੁਸੀਂ ਆਪਣੇ ਪੀਰੀਅਡਸ ਰੈਗੂਲਰ ਕਰ ਸਕਦੇ ਹੋ ਪਰ ਕੰਟਰਾਸੈਪਟਿਵ ਪਿਲਸ ਨਾਲ ਕੰਟਰਾਸੈਪਸ਼ਨ ਹੋ ਜਾਂਦੀ ਹੈ ਮਤਲਬ ਕਿ ਤੁਸੀਂ ਕਨਸੀਵ ਨਹੀਂ ਕਰ ਸਕਦੇ ਠੀਕ ਹੈ। ਤੇ ਇਹ ਯੰਗ
ਯੰਗ ਬੱਚਿਆਂ 'ਚ ਅਸੀਂ ਦੇ ਦਿੰਦੇ ਹੈਗੇ। ਜਿਹੜੇ ਕਿ ਪੇਸ਼ੈਂਟਸ ਕਨਸੀਵ ਕਰਨਾ ਚਾਹੁੰਦੇ ਨੇ ਜਾਂ ਉਹਨਾਂ ਨੂੰ ਓਬੇਸਿਟੀ ਦੀ ਪ੍ਰੋਬਲਮ ਆ ਗਈ ਹੈਗੀ ਹੈ, ਉਹਨਾਂ ਨੂੰ ਸਭ ਤੋਂ ਪਹਿਲੇ ਲਾਈਫਸਟਾਈਲ ਮੋਡੀਫਿਕੇਸ਼ਨ ਕਹੀ ਜਾਂਦੀ ਹੈਗੀ। ਲਾਈਫਸਟਾਈਲ ਮੋਡੀਫਿਕੇਸ਼ਨ ਯਾਨੀ ਕਿ ਤੁਸੀਂ ਆਪਣਾ ਡੇਲੀ ਰੂਟੀਨ ਚੇਂਜ ਕਰੋਗੇ, ਆਪਣੇ ਉੱਠਣ ਦਾ ਸਮਾਂ ਜਲਦੀ ਕਰੋਗੇ, ਹਰ 2 ਘੰਟੇ ਵਿੱਚ ਥੋੜਾ ਥੋੜਾ ਕਰਕੇ ਖਾਓਗੇ, ਆਪਣੇ ਪ੍ਰੋਟੀਨ, ਆਪਣੇ ਵੈਜੀਟੇਬਲਸ ਐਂਡ ਫਰੂਟਸ, ਫਲ ਦੀ ਇਨਟੇਕ ਜ਼ਿਆਦਾ ਕਰੋਗੇ, ਜਿਹੜਾ ਫੈਟ ਹੈਗਾ ਜਾਂ ਕੋਲੇਸਟ੍ਰੋਲ ਲੇਡਨ ਚੀਜ਼ਾਂ ਹੈਗੀਆਂ ਉਹ ਘੱਟ ਖਾਓਗੇ। ਇਹਦੇ ਨਾਲ ਨਾਲ ਐਕਸਰਸਾਈਜ਼ ਬਹੁਤ ਇੰਪੋਰਟੈਂਟ ਹੈ। ਅਗਰ ਤੁਸੀਂ ਐਕਸਰਸਾਈਜ਼ ਕਰੋਗੇ, ਤੁਹਾਡੇ ਅੰਦਰ ਜਿਹੜੀ ਹਾਰਮੋਨਲ ਇੰਬੈਲੈਂਸ ਹੋ ਰਿਹਾ ਉਹਨੂੰ ਠੀਕ ਕਰ ਦੇਵੇ। तो ਸਾਰਿਆਂ ਦਾ ਇਲਾਜ ਉਹਨਾਂ ਦੇ ਆਪਣੇ ਹੱਥ ਵਿੱਚ ਹੀ ਹੈ। ਅਗਰ ਉਹ ਐਕਸਰਸਾਈਜ਼ ਕਰਨਗੇ ਤੇ ਆਪਣੀ ਡਾਈਟ ਠੀਕ ਕਰਨਗੇ ਤਾਂ ਇਹ ਪ੍ਰੋਬਲਮ ਦੂਰ ਹੀ ਰਹੇਗੀ। ਜਦੋਂ ਹੀ ਉਹ ਐਕਸਰਸਾਈਜ਼ ਜਾਂ ਆਪਣਾ ਖਾਣਾ ਪੀਣੇ ਉੱਪਰ ਧਿਆਨ ਨਹੀਂ ਦੇਣਗੇ, ਉਹਨਾਂ ਦੀ ਇਹ ਪ੍ਰੋਬਲਮ ਵਾਪਸ ਆ ਜਾਏਗੀ ਕੁਝ ਹੀ ਮਹੀਨਿਆਂ ਦੇ ਵਿੱਚ। ਬਹੁਤ ਹੀ ਛੋਟੇ ਛੋਟੇ ਬਦਲਾਵ ਹੈਗੇ ਨੇ ਜਿਹੜੇ ਬਹੁਤ ਵੱਡੇ ਵੱਡੇ ਡਿਫਰੈਂਸ ਆਪਣੀ ਲਾਈਫ ਵਿੱਚ ਪੈਦਾ ਕਰ ਸਕਦੇ ਨੇ। ਜਿਵੇਂ ਕੋਈ ਡਾਇਬੀਟੀਜ਼ ਦਾ ਮਰੀਜ਼ ਹੋ ਸਕਦਾ ਹੈ, ਥਾਇਰੋਇਡ ਦਾ ਮਰੀਜ਼ ਹੋ ਸਕਦਾ ਹੈ, ਜਿਨ੍ਹਾਂ ਨੂੰ ਲਾਈਫ ਲੌਂਗ ਆਪਣੇ ਖਾਣ ਪੀਣ ਦਾ ਧਿਆਨ ਰੱਖਣਾ ਚਾਹੀਦਾ ਹੈ। ਸੇਮ ਪੀਸੀਓ ਪੇਸ਼ੈਂਟਸ ਹੋਣ, ਪੀਸੀਓ ਪੇਸ਼ੈਂਟ ਪਤਲਾ ਵੀ ਹੋ ਸਕਦਾ ਹੈ, ਮੋਟਾ ਵੀ ਹੋ ਸਕਦਾ ਹੈ, ਲੇਕਿਨ ਉਹ ਅਗਰ ਆਪਣੇ ਖਾਣ ਪੀਣ ਦਾ ਧਿਆਨ ਰੱਖਣਗੇ ਤੇ ਆਪਣੀ ਐਕਸਰਸਾਈਜ਼ ਕਰਨਗੇ ਤਾਂ ਉਹ ਆਪਣੇ ਸਿੰਪਟਮਸ ਜ਼ਰੂਰ ਐਲੀਵੀਏਟ ਕਰ ਸਕਦੇ ਨੇ, ਯਾਨੀ ਕਿ ਉਹਨਾਂ ਦੇ ਸਿੰਪਟਮਸ ਪੀਸੀਓ ਦੇ ਘਟ ਜਾਣਗੇ। ਕਈ ਲੋਕ ਇਨਫਰਟਿਲਿਟੀ ਵਾਲੇ ਵੀ ਇਹਦੇ ਨਾਲ ਇੰਨਾ ਲਾਭ ਚੱਕ ਲੈਂਦੇ ਨੇ ਕਿ ਉਹ ਆਪਣੇ ਆਪ ਕਨਸੀਵ ਕਰ ਜਾਂਦੇ ਨੇ ਵਿਦਆਊਟ ਐਨੀ ਟ੍ਰੀਟਮੈਂਟ। ਸਾਰੇ ਤਰ੍ਹਾਂ ਦੇ ਫਰੂਟਸ, ਸਾਰੀ ਤਰ੍ਹਾਂ ਦੀ ਵੈਜੀਟੇਬਲਸ ਬਹੁਤ ਹੀ ਜ਼ਰੂਰੀ ਨੇ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਸਾਰਾ ਦਿਨ ਫਰੂਟ ਖਾਓ ਜਾਂ ਸਬਜ਼ੀ ਖਾਂਦੇ ਰਹੋ। ਇਹਦਾ ਮਤਲਬ ਇਹ ਹੈ ਕਿ ਤੁਸੀਂ ਫੈਟਸ, ਕਾਰਬੋਹਾਈਡਰੇਟਸ, ਪ੍ਰੋਟੀਨਸ, ਮਲਟੀਵਾਈਟਾਮਿਨਸ ਐਂਡ ਮਿਨਰल्स, ਇਹ ਸਾਰਿਆਂ ਦਾ ਇੱਕ ਪੋਸ਼ਨ ਬਣਾ ਕੇ ਚੱਲੋ। अपना फ्रूट्स ਦੀ ਵੀ ਇੱਕ ਜਾਂ ਦੋ ਹੈਲਪਿੰਗ ਦਿਨ ਚ ਲੈਣ, ਜੋ ਕਿ ਬਹੁਤ ਜ਼ਿਆਦਾ ਨਹੀਂ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਅਗਰ ਹੈਲਦੀ ਖਾ ਰਹੇ ਹੋ ਤਾਂ ਪੂਰਾ ਇੱਕ ਕਟੋਰਾ ਭਰ ਕੇ ਪੂਰਾ ਟਾਈਮ ਫਰੂਟਸ ਹੀ ਖਾ ਰਹੇ ਹੋ, ਉਹਦੇ ਨਾਲ ਉਹ ਵੀ ਸਹੀ ਨਹੀਂ। ਸਹੀ ਇਹ ਹੁੰਦਾ ਹੈ ਥੋੜੇ ਪੋਰਸ਼ਨ ਵਿੱਚ ਥੋੜੀ ਥੋੜੀ ਦੇਰ ਵਿੱਚ ਕੁਛ ਨਾ ਕੁਛ ਤੁਸੀਂ ਖਾਓ ਜੋ ਕਿ ਹੈਲਦੀ ਹੈ। ਬੈਸਟ ਹੁੰਦਾ ਹੈ ਕਿ ਤੁਸੀਂ ਇੱਕ ਡਾਈਟੀਸ਼ੀਅਨ ਨੂੰ ਕੰਸਲਟ ਕਰਨ, ਜੋ ਤੁਹਾਨੂੰ ਕਿਸ ਟਾਈਮ ਤੇ ਕੀ ਖਾਣਾ ਹੈ ਉਹ ਤੁਹਾਨੂੰ ਇੱਕ ਲਿਖ ਕੇ ਤੁਹਾਨੂੰ ਸਮਝਾ ਕੇ ਦੇ।